ਹੈਲੋ ਸਟੂਡੈਂਟ, ਅੱਜ ਅਸੀਂ 11ਵੀਂ ਕਲਾਸ ਦੀ ਜਿਹੜੀ ਤੁਹਾਡੀ ਪੰਜਾਬੀ ਦੀ ਕਿਤਾਬ ਹੈ ਕਾਵਿ ਯਾਤਰਾ, ਉਹਦੇ ਵਿੱਚੋਂ ਨੈਕਸਟ ਜਿਹੜੀ ਹੈ ਕਵਿਤਾ ਅੱਜ ਅਸੀਂ ਕਰਾਂਗੇ। ਔਰ ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਇਹ ਨਾ ਕਿੱਸਾ ਹੈ। ਕਿੱਸਾ ਕਾਵਿ ਸਾਡੇ ਪੰਜਾਬੀ ਦਾ ਬੜਾ ਮਸ਼ਹੂਰ ਜਿਹੜਾ ਦੌਰ ਰਿਹਾ ਸੀਗਾ। ਇਹਦੇ 'ਚ ਕਿੱਸੇ ਲਿਖਦੇ ਰਹੇ ਸੀਗੇ। ਕਿੱਸਾ ਮਤਲਬ ਕਹਾਣੀ ਵਾਂਗੂ ਇੱਕ ਹੁੰਦਾ, ਔਰ ਕਿੱਸਾ ਕਾਵਿ ਦੇ ਨਾਲ ਇਹ ਮਸ਼ਹੂਰ ਹੋਇਆ ਸੀਗਾ। ਇਹਦੇ ਵਿੱਚ ਵਾਰਿਸ ਸ਼ਾਹ ਜਿਹੜਾ ਹੈ ਉਹ ਇਹਦਾ ਇੱਕ ਨਾਮਵਾਰ ਜਿਹੜਾ ਕਿੱਸਾਕਾਰ ਹੋਇਆ, ਔਰ ਇਹਨਾਂ ਨੇ ਇੱਕ ਆਪਣਾ ਬੜਾ ਸ਼ਾਹਕਾਰ ਕਿੱਸਾ ਜਿਹੜਾ ਲਿਖਿਆ ਸੀ, ਕਹਾਣੀ ਲਿਖੀ ਸੀ, ਉਹ ਸੀਗੀ ਹੀਰ ਰਾਂਝਾ ਦੀ। ਔਰ ਵਾਰਿਸ ਸ਼ਾਹ ਦੀ ਹੀਰ ਜਿਹੜੀ ਆ ਬਹੁਤ ਮਸ਼ਹੂਰ ਸੀਗੀ। ਉਸ ਤੋਂ ਬਾਅਦ ਹੀ ਜਿਹੜੇ ਆ ਬਾਕੀ ਸ਼ਾਇਰਾਂ ਨੇ, ਕਵੀਆਂ ਨੇ, ਲੇਖਕਾਂ ਨੇ ਇਹਦੇ ਹੀਰ ਉੱਪਰ ਅਤੇ ਹੀਰ ਰਾਂਝੇ ਦੇ ਉੱਪਰ ਲਿਖਣਾ ਸ਼ੁਰੂ ਕੀਤਾ। ਲੇਕਿਨ ਪਹਿਲਾ ਜਿਹੜਾ ਕਿੱਸਾਕਾਰ ਦਾ ਮਤਲਬ ਵੀ ਉਸਤਾਦ ਕਿਹਾ ਜਾਂਦਾ ਹੈ ਇਹਨਾਂ ਨੂੰ, ਵਾਰਿਸ ਸ਼ਾਹ ਜੀ ਨੂੰ। ਔਰ ਇਹ ਤੁਹਾਡੀ ਕਿਤਾਬ ਜਿਹੜੀ ਬੁੱਕ ਹੈ ਤੁਹਾਡੀ, ਇਹਦੇ ਵਿੱਚ ਇਹਨਾਂ ਦੀਆਂ 3 ਕਵਿਤਾਵਾਂ ਨੇ। 1 2 3 ਕਰਕੇ ਵੱਖ-ਵੱਖ ਕਵਿਤਾਵਾਂ ਨੇ ਇਹਨਾਂ ਦੀਆਂ। ਔਰ ਇਹਨਾਂ ਕਵਿਤਾਵਾਂ ਨੂੰ ਸਮਝਣ ਤੋਂ ਪਹਿਲਾਂ ਜਿਹੜਾ ਹੈ ਅੱਜ ਤੁਹਾਨੂੰ ਇਹ ਸਟੋਰੀ ਜਿਹੜੀ ਹੈ ਉਹ ਸੁਣਨੀ ਪਊਗੀ। ਭਾਵੇਂ ਕਿ ਕਾਫੀ ਬੱਚਿਆਂ ਨੂੰ ਪਤਾ ਹੀ ਹੈ, ਲੇਕਿਨ ਫਿਰ ਵੀ ਸਟੋਰੀ ਜਿੰਨਾ ਚਿਰ ਨਾ ਤੁਹਾਨੂੰ ਪੂਰੀ ਤਰ੍ਹਾਂ ਪਤਾ ਲੱਗੇਗੀ, ਉਹਨਾਂ ਚਿਰ ਇਹ ਕਿੱਸਾ ਜਿਹੜਾ ਅਸੀਂ ਨਹੀਂ ਸਮਝ ਸਕਦੇ। ਤੋ ਮੈਂ ਹੋ ਸਕਿਆ ਇਹ ਅੱਜ ਟਾਈਮ ਨਾਲ ਨਾਲ ਮੈਂ ਦੇਖੀ ਜਾਵਾਂਗਾ। 1 ਕਵਿਤਾ ਪੂਰੀ ਹੁੰਦੀ ਹੈ, 2 ਹੁੰਦੀ ਹੈ, 3 ਹੁੰਦੀ ਹੈ, ਕਿ ਜਾਂ ਕੋਈ ਵੀ ਨਹੀਂ ਹੁੰਦੀ। ਲੇਕਿਨ ਇਹ ਡਿਪੈਂਡ ਕਰਦਾ ਸਟੋਰੀ 'ਤੇ। ਸਟੋਰੀ ਮੈਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਨੂੰ ਸ਼ਾਰਟ 'ਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਤਾਂ ਮੇਰਾ ਪੁੱਤਰ ਇਹਨੂੰ ਸੁਣੋ ਪਹਿਲਾਂ ਨਾ। ਸਭ ਤੋਂ ਪਹਿਲਾਂ ਤਾਂ ਹੀਰ ਰਾਂਝਾ ਜਿਹੜਾ ਦੋਨਾਂ ਦੀ ਸਟੋਰੀ ਜਿਹੜੀ ਹੈ ਉਹ ਇਹ ਸੁਣ ਲਓ ਕਿ ਹੀਰ ਜਿਹੜੀ ਹੈ ਇੱਕ ਬੜੀ ਸੁੰਦਰ ਇਸਤਰੀ, ਬੜੀ ਸੁੰਦਰ ਲੜਕੀ ਸੀ, ਔਰ ਇਹਨੂੰ ਰਾਂਝੇ ਦੇ ਨਾਲ ਜਿਹੜਾ ਹੈ ਪ੍ਰੇਮ ਹੋ ਜਾਂਦਾ। ਰਾਂਝਾ ਇਹਦੇ ਪ੍ਰੇਮ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਕਿ ਮਗਨ ਹੋ ਜਾਂਦਾ, ਇਹਦੇ ਪ੍ਰੇਮ ਵਿੱਚ ਹੀਰ ਦੇ ਮਤਲਬ ਕਿ ਇੰਨਾ ਜ਼ਿਆਦਾ ਖੁੱਭ ਜਾਂਦਾ, ਇੰਨਾ ਮਤਲਬ ਵਿੱਚ ਕਹਿ ਲਓ ਕਿ ਪਾਗਲ ਹੋ ਜਾਂਦਾ ਪ੍ਰੇਮ 'ਚ, ਕਿ ਉਹ ਉਹਨਾਂ ਦੇ ਘਰ 'ਚ ਉਹਨੂੰ ਮਿਲਣ ਦੇ ਕਰਕੇ ਉਹਨਾਂ ਦੇ ਘਰ ਨੌਕਰ ਰਹਿ ਜਾਂਦਾ। ਰਾਂਝਾ ਜਿਹੜਾ ਹੈ ਉਹ ਵੀ ਕਾਫੀ ਅਮੀਰ ਸੀਗਾ, ਲੇਕਿਨ ਦੂਰ ਦੁਰਾਡੇ ਪਿੰਡ 'ਚ ਸੀਗਾ। ਉਹ ਕਿਸੇ ਸਬੱਬ ਨਾਲ ਹੀ ਉਹਦਾ ਹੀਰ ਨਾਲ ਮੇਲ ਹੋਇਆ, ਤਾਂ ਹੀਰ ਦਾ ਇੰਨਾ ਮਤਲਬ ਕਿ ਉਹ ਮੁਰੀਦ ਹੋ ਗਿਆ, ਇੰਨਾ ਉਹਦੇ ਪ੍ਰੇਮ 'ਚ ਜਿਹੜਾ ਹੈ ਉਹ ਪੈ ਗਿਆ ਕਿ ਉਹਨਾਂ ਦੇ ਘਰ ਜਿਹੜਾ ਨੌਕਰ ਰਹਿ ਜਾਂਦਾ। ਕਿਹਦੇ ਘਰ? ਹੀਰ ਦੇ ਘਰ। ਰਾਂਝਾ ਨੌਕਰ ਰਹਿਣਾ ਸ਼ੁਰੂ ਕਰ ਦਿੰਦਾ, ਔਰ ਉਹ ਹੀਰ ਦੀਆਂ ਮੱਝਾਂ ਚਰਾਉਂਦਾ ਹੈ। ਮੱਝਾਂ ਗਾਵਾਂ ਜਿਹੜੀਆਂ ਲੈ ਕੇ ਬਾਹਰ ਨੂੰ ਰੋਜ਼ਾਨਾ ਹੀ ਸਵੇਰੇ ਤੜਕੇ ਹੀ ਚਾਰਨ ਚਲਾ ਜਾਣਾ, ਔਰ ਸ਼ਾਮ ਨੂੰ ਵਾਪਸ ਆਉਣਾ। ਔਰ ਉਹ ਨੌਕਰਪੁਣਾ ਜਿਹੜਾ ਹੈ ਉਹ ਵਿਚਾਰਾ ਨਿਭਾਉਂਦਾ ਰਿਹਾ। ਇਸੇ ਸਮੇਂ ਦੌਰਾਨ ਕਹਿੰਦੇ ਨੇ ਕਿ ਹੀਰ ਜਿਹੜੀ ਹੈ ਉਹਦੀ ਰੋਟੀ ਲੈ ਕੇ ਜਿਹੜੀ ਹੈ ਉਹ ਜਾਂਦੀ ਰਹੀ ਸੀਗੀ। ਔਰ ਫਿਰ ਉੱਥੇ ਉਹਨਾਂ ਨੇ ਦੋਨਾਂ ਨੇ ਮਿਲਣਾ, ਅਤੇ ਕਹਿੰਦੇ ਨੇ ਕਿ ਰਾਂਝਾ ਜਿਹੜਾ ਸੀਗਾ ਉਹ ਮਤਲਬ ਕਿ ਬਾਂਸਰੀ ਵਜਾਉਂਦਾ ਸੀਗਾ, ਉੱਥੇ ਉਹ ਵੰਜਲੀ ਵਜਾਉਂਦਾ ਸੀ, ਅਤੇ ਉਹ ਵਜਾ ਕੇ ਅਤੇ ਉਹ ਦੋਨੇ ਆਪਣੇ ਪ੍ਰੇਮ ਵਿੱਚ ਮਗਨ ਹੋਏ ਉੱਥੇ ਬੈਠੇ ਰਹਿੰਦੇ ਸੀਗੇ। ਕਹਿੰਦੇ ਨੇ ਕਿ ਇੱਕ ਵਾਰੀ ਇਸ ਤਰ੍ਹਾਂ ਜਦੋਂ ਉਹਦੇ ਘਰ ਪਤਾ ਲੱਗਾ ਹੀਰ ਦੇ ਕਿ ਤੁਹਾਡੀ ਜਿਹੜੀ ਹੀਰ ਹੈ ਉਹ ਤੁਹਾਡੇ ਨੌਕਰ ਨਾਲ ਜਿਹੜਾ ਹੈ ਉਹਦਾ ਪ੍ਰੇਮ ਸੰਬੰਧ ਚੱਲਦਾ ਪਿਆ, ਅਤੇ ਹੀਰ ਰਾਂਝੇ ਦੇ ਬਾਰੇ ਸੁਣ ਕੇ ਉਹਦਾ ਪਿਤਾ ਜਿਹੜਾ ਹੀਰ ਦਾ, ਉਹਨੇ ਉਹਨਾਂ ਦੋਵਾਂ ਨੂੰ ਕੁਝ ਨਹੀਂ ਕਿਹਾ, ਅਤੇ ਰਾਂਝੇ ਨੂੰ ਕਿਹਾ ਕਿ ਤੂੰ ਜਾ, ਕੁਝ ਦਿਨ ਆਪਣੇ ਪਿੰਡੋਂ ਹੋਇਆ, ਆਪਣੇ ਘਰੋਂ ਹੋਇਆ। ਔਰ ਉਹ ਜਦੋਂ ਰਾਂਝਾ ਚੱਲ ਜਾਂਦਾ ਆਪਣੇ ਘਰ, ਪਿੰਡ ਆਪਣੇ ਚਲਾ ਜਾਂਦਾ, ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਨਾਲ ਕੋਈ ਚਾਲ ਖੇਡਦੇ ਆਏ। ਉਹ ਚਲਾ ਜਾਂਦਾ, ਅਤੇ ਪਿੱਛੋਂ ਹੀਰ ਦਾ ਫਾਦਰ ਅਤੇ ਹੀਰ ਦੀ ਮਾਂ ਅਤੇ ਇੱਕ ਕਾਜੀ ਮਤਲਬ ਜਿਹੜਾ ਜਿਸ ਤਰ੍ਹਾਂ ਸਾਡੇ ਮੰਦਰਾਂ 'ਚ ਪੰਡਤ ਹੈ, ਗੁਰਦੁਆਰਿਆਂ 'ਚ ਭਾਈ ਹੈ, ਇਸ ਤਰ੍ਹਾਂ ਮਸੀਤ ਵਿੱਚ ਭਾਈ ਹੁੰਦੇ ਨੇ, ਉਹਨਾਂ ਦੇ ਹੁੰਦੇ ਨੇ ਉਹਨਾਂ ਦੇ ਵੀ ਪੁਰੋਹਿਤ, ਜਿਸ ਤਰ੍ਹਾਂ ਮਤਲਬ ਕਿ ਕਹਿ ਲਓ ਕਾਜੀ ਜਿਹਨੂੰ ਕਿਹਾ ਜਾਂਦਾ। ਉਹ ਫੈਸਲਾ ਵਗੈਰਾ ਵੀ ਕਰਦੇ ਆ, ਸਮਝਾਉਣ ਦਾ ਕੰਮ ਵੀ ਕਰਦੇ ਨੇ, ਅਤੇ ਉਹ ਫਿਰ ਹੀਰ ਨੂੰ ਸਮਝਾਉਂਦੇ ਨੇ। ਇੱਥੋਂ ਸਾਡੀ ਇੱਕ ਕਵਿਤਾ ਸ਼ੁਰੂ ਹੁੰਦੀ ਹੈ। ਮੈਂ ਕਵਿਤਾ ਕਰਾਂਗਾ ਬਾਅਦ 'ਚ, ਲੇਕਿਨ ਮੈਂ ਤੁਹਾਨੂੰ ਦੱਸਦਾ ਉਹ ਜਦੋਂ ਸਮਝਾਉਂਦੇ ਆ ਨਾ, ਇਹ ਇੱਕ ਕਵਿਤਾ ਸਾਡੀ ਇਹਦੇ ਨਾਲ ਸੰਬੰਧਿਤ ਹੈ। ਉਹ ਹੀਰ ਨੂੰ ਸਮਝਾਉਂਦੇ ਆ ਕਿ ਵੇਖ ਪੁੱਤਰ, ਇਸ ਤਰ੍ਹਾਂ ਨਹੀਂ ਕਰੀਦਾ, ਤੂੰ ਇਹਦੇ ਨਾਲ ਮਤਲਬ ਕਿ ਪਿਆਰ ਨਾ ਪਾ, ਇਹ ਜਿਹੜੇ ਨੇ ਇਹ ਚੰਗੇ ਨਹੀਂ ਹੁੰਦੇ, ਬਾਹਰ ਦੇ ਬੰਦਿਆਂ ਨਾਲ ਨਹੀਂ ਇਸ ਤਰ੍ਹਾਂ ਪਿਆਰ ਪਾਈਦਾ। ਅਤੇ ਉਹ ਕਹਿੰਦੇ ਨੇ ਕਿ ਹੀਰ ਨੂੰ ਉਹਨਾਂ ਨੇ ਵਰਗਲਾ ਕੇ
ਜਾਂ ਗੱਲਾਂ 'ਚ ਲਿਆ ਕੇ ਜਾਂ ਵਾਸਤਾ ਦੇ ਕੇ ਜਾਂ ਡਰ ਦੇ ਕੇ ਉਹਦਾ ਹੀਰ ਦਾ ਵਿਆਹ ਕਿਤੇ ਹੋਰ ਕਰ ਦਿੰਦੇ ਨੇ। ਠੀਕ ਹੈ, ਹੀਰ ਦਾ ਵਿਆਹ ਕਿਤੇ ਹੋਰ ਕਰ ਦਿੰਦੇ ਨੇ। ਅਤੇ ਰਾਂਝਾ ਜਦੋਂ ਵਾਪਸ ਆਉਂਦਾ, ਔਰ ਉਹਨਾਂ ਦਿਨਾਂ 'ਚ ਕਿਉਂਕਿ ਤੁਰ ਕੇ ਜਾਂਦੇ ਸੀ ਜਾਂ ਗੱਡਿਆਂ 'ਤੇ ਜਾਂ ਘੋੜਿਆਂ 'ਤੇ ਜਾਂਦੇ ਸੀ, ਅਤੇ ਰਾਂਝਾ ਵਿਚਾਰਾ ਜਿਹੜਾ ਤੁਰ ਕੇ ਜਾਂਦਾ, ਤੁਰ ਕੇ ਹੀ ਆਉਂਦਾ, ਉਹਨੂੰ ਟਾਈਮ ਲੱਗ ਜਾਂਦਾ। ਅਤੇ ਉਹ ਆ ਕੇ ਜਦੋਂ ਦੇਖਦਾ, ਪੁੱਛਦਾ ਲੋਕਾਂ ਨੂੰ, ਅਤੇ ਉਹ ਕਹਿੰਦੇ ਨੇ ਕਿ ਤੇਰੀ ਹੀਰ ਜਿਹੜੀ ਆ ਉਹਦਾ ਤਾਂ ਵਿਆਹ ਕਰ ਦਿੱਤਾ ਉਹਦੇ ਪਿਤਾ ਨੇ ਕਿਤੇ। ਉਹ ਵਿਚਾਰਾ ਬੜਾ ਜਿਹੜਾ ਉਹਨੂੰ ਗੁੱਸਾ ਵੀ ਚੜ੍ਹਦਾ, ਲੇਕਿਨ ਆਪਣੇ ਆਪ 'ਤੇ ਵੀ ਆਉਂਦਾ ਕਿ ਮੈਂ ਹੁਣ ਕੀ ਕਰਾਂ। ਉਹ 12 ਸਾਲ ਜਿਹੜੀਆਂ ਨੇ ਉਹ ਹੀਰ ਦੀਆਂ ਮੱਝਾਂ ਚਰਾਉਂਦਾ, ਗਾਵਾਂ ਚਾਰਦਾ, ਉਹਦੀ ਸੇਵਾ ਕਰਦਾ ਹੀਰ ਦੇ ਪਸ਼ੂਆਂ ਦੀ। ਕਾਹਦੇ ਕਰਕੇ? ਹੀਰ ਦੇ ਕਰਕੇ। 12 ਸਾਲ ਜਦੋਂ ਉਹ ਇਸ ਤਰ੍ਹਾਂ ਇੱਕ ਹਿਸਾਬ ਦਾ ਤਪ ਕਰਦਾ, ਤਪੱਸਿਆ ਕਰਦਾ, ਇੱਕ ਮਿਹਨਤ ਕਰਦਾ, ਅਤੇ ਬਾਅਦ 'ਚ ਉਹਨੂੰ ਪਤਾ ਲੱਗਾ ਕਿ ਹੀਰ ਕਿਤੇ ਹੋਰ ਵਿਆਹ ਹੋ ਗਿਆ, ਅਤੇ ਉਹਨੂੰ ਵਿਚਾਰੇ ਨੂੰ ਬੜਾ ਦੁੱਖ ਹੋਇਆ, ਬੜਾ ਦਰਦ ਹੋਇਆ। ਉਹ ਇੱਕ ਗੋਰਖਨਾਥ ਦੇ ਟਿੱਲੇ 'ਤੇ ਜਾਂਦਾ। ਗੋਰਖਨਾਥ ਕੌਣ ਹੈ? ਇੱਕ ਸੰਤ ਹੈ, ਇੱਕ ਸਾਧੂ ਹੈ, ਤਪੱਸਵੀ ਹੈ। ਉਹਦੇ ਟਿੱਲੇ 'ਤੇ ਜਾਂਦਾ, ਮਤਲਬ ਵੀ ਉਹਦੇ ਕੋਲ ਜਾਂਦਾ, ਉਹਦੀ ਜਗ੍ਹਾ 'ਤੇ ਜਾਂਦਾ, ਅਤੇ ਉਹਨੂੰ ਕਹਿੰਦਾ ਕਿ ਮੈਨੂੰ ਫਕੀਰ ਬਣਾ ਦਿਓ। ਦੂਜੀ ਕਵਿਤਾ ਸਾਡੀ ਬੇਟਾ ਇੱਥੋਂ ਸ਼ੁਰੂ ਹੁੰਦੀ ਹੈ। ਪਹਿਲੀ ਉੱਥੋਂ ਜਦੋਂ ਹੀਰ ਦੇ ਮਾਂ ਪਿਓ ਨੂੰ ਸਮਝਾਉਂਦੇ ਨੇ। ਦੂਜੀ ਇਹ ਜਦੋਂ ਉਹਦੇ ਵਾਰਤਾਲਾਪ ਹੁੰਦੀ ਹੈ। ਵਾਰਤਾਲਾਪ ਗੱਲਬਾਤ ਹੁੰਦੀ ਹੈ ਕਿਹਦੀ? ਰਾਂਝੇ ਦੇ ਗੁਰੂ ਦੀ ਅਤੇ ਰਾਂਝੇ ਦੀ ਆਪੋ 'ਚ ਹੁੰਦੀ। ਉਹ ਕਹਿੰਦਾ ਜੀ ਮੈਂ ਫਕੀਰ ਬਣ ਜਾਣਾ, ਮੈਂ ਦੁਨੀਆ ਤੋਂ ਮੇਰਾ ਮਨ ਉੱਠ ਗਿਆ ਅਤੇ ਮੈਨੂੰ ਫਕੀਰ ਬਣਾ ਦਿਓ। ਉਹ ਕਹਿੰਦੇ ਨੇ ਕਿ ਗੋਰਖਨਾਥ ਜਿਹੜਾ ਉਹਨੂੰ ਕਹਿੰਦਾ ਕਿ ਠੀਕ ਹੈ, ਅਤੇ ਉਹਦੇ ਕੰਨ ਕਹਿੰਦੇ ਨੇ ਕਿ ਪਾੜ ਕੇ ਚਾਕੂ ਦੇ ਨਾਲ, ਅਤੇ ਉਹਦੇ ਵਿੱਚ ਮੁੰਦਰਾਂ ਪਾ ਦਿੰਦੇ ਆ, ਲੱਕੜ ਦੀਆਂ ਮੁੰਦਰਾਂ ਜਿਹੜੇ ਆ। ਇਹ ਸਾਡੇ ਨਾਥ ਪੰਥ ਵੀ ਇੱਕ ਪਰੰਪਰਾ ਹੈ, ਉਹਦੇ 'ਚੋਂ ਲੱਕੜ ਦੀਆਂ ਜਿਹੜੀਆਂ ਨੇ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਨੇ। ਅਤੇ ਉਹ ਕਹਿੰਦੇ ਨੇ ਕਿ ਜੋਗੀ ਬਣ ਜਾਂਦਾ। ਅਤੇ ਜੋਗੀ ਬਣਨ ਤੋਂ ਬਾਅਦ ਫਿਰ ਰਾਂਝਾ ਪਿੰਡ ਪਿੰਡ ਘਰ ਘਰ ਘੁੰਮਦਾ ਫਿਰਦਾ, ਔਰ ਸਿਰ ਮੁੰਨਾਏ ਦਾ, ਆਪਣਾ ਪੂਰਾ ਭੇਸ ਸਾਧੂਆਂ ਵਾਲਾ ਧਾਰਨ ਕੀਤਾ ਦਾ। ਅਤੇ ਉਹ ਕਹਿੰਦੇ ਨੇ ਕਿ ਪਿੰਡ ਪਿੰਡ ਨਾਲੇ ਭਿੱਖਿਆ ਮੰਗਦਾ ਫਿਰਦਾ, ਅਤੇ ਨਾਲੇ ਆਪਣੀ ਹੀਰ ਨੂੰ ਜਿਹੜਾ ਲੱਭਦਾ ਫਿਰਦਾ ਕਿ ਸ਼ਾਇਦ ਕਿਤੇ ਮੇਰੀ ਹੀਰ ਜਿਹੜੀ ਹੈ ਮੈਨੂੰ ਲੱਭ ਜਾਵੇ। ਇੱਥੇ ਸਾਡਾ ਪਿੱਛੇ ਜੀ ਪੌਪ ਸਿੰਗਰ ਵੀ ਇੱਕ ਸੀਗਾ, ਕੋਈ ਪਤਾ ਨਹੀਂ ਨਾਮ ਨਹੀਂ ਮੈਨੂੰ ਪਤਾ, ਉਹਨੇ ਵੀ ਇਹਦੇ ਵਿੱਚ ਗੀਤ ਇੱਕ ਗਾਇਆ ਸੀਗਾ। ਵੈਸੇ ਤਾਂ ਗੀਤ ਬਹੁਤ ਜ਼ਿਆਦਾ ਨੇ, ਲੇਕਿਨ ਉਹਨੇ ਵੀ ਗੀਤ ਇੱਕ ਗਾਇਆ ਸੀ, ਰਾਂਝਾ ਕੰਨਾਂ ਵਿੱਚ ਮੁੰਦਰਾਂ ਪਵਾ ਕੇ ਗੁਆਚੀ ਹੀਰ ਫਿਰੇ ਲੱਭਦਾ। ਰਾਂਝਾ ਨਾਲੇ ਤਾਂ ਪਿੰਡ ਪਿੰਡ ਲੱਭਦਾ ਫਿਰਦਾ ਆਪਣੀ ਹੀਰ ਨੂੰ, ਔਰ ਨਾਲੇ ਭਿੱਖਿਆ ਮੰਗਦਾ ਫਿਰਦਾ। ਕਹਿੰਦੇ ਨੇ ਕਿ ਇੱਕ ਵਾਰੀ ਹੀਰ ਦੇ ਪਿੰਡ ਵੀ ਉਹ ਜਾ ਵੜਦਾ, ਅਤੇ ਹੀਰ ਦੇ ਪਿੰਡ ਜਦੋਂ ਜਾਂਦਾ, ਅਤੇ ਹੀਰ ਦੇ ਪਿੰਡ ਜਿੱਥੇ ਉਹਦੇ ਸਹੁਰੇ ਸੀਗੇ, ਅਤੇ ਉੱਥੇ ਪਿੰਡ ਵਿੱਚ ਬੜਾ ਰੌਲਾ ਪੈ ਜਾਂਦਾ ਵੀ ਇੱਕ ਜੋਗੀ ਆਇਆ ਦਾ ਕਿ ਜਿਹੜਾ ਹਰ ਥਾਂ 'ਤੇ ਜਨਾਨੀਆਂ ਨੂੰ ਲੱਭਦਾ ਫਿਰਦਾ, ਜਨਾਨੀਆਂ ਦੇ ਵਿੱਚ ਜਾਂਦਾ, ਉਹ ਰਾਊਂ ਜਿਵੇਂ ਉਹਦੀ ਕੋਈ ਚੀਜ਼ ਗੁਆਚੀ ਦੀ ਹੈ। ਅਤੇ ਕਹਿੰਦੇ ਨੇ ਕਿ ਹੀਰ ਦੀ ਇੱਕ ਨਾਨ ਸੀਗੀ ਜਿਹਦਾ ਨਾਮ ਸੈਤੀ ਹੈ, ਉਹ ਤੁਹਾਡੀ ਇੱਥੇ ਲਿਖਿਆ ਤਾਂ ਨਹੀਂ ਹੈ ਵੈਸੇ। ਅਤੇ ਕਹਿੰਦੇ ਨੇ ਕਿ ਉਹ ਦੱਸਦੀ ਹੈ ਉਹਨੂੰ ਜਾ ਕੇ ਵੀ ਹੀਰ ਹੀਰ ਸਾਡੇ ਨਾ ਇੱਥੇ ਇੱਕ ਜੋਗੀ ਆਇਆ ਜਿਹੜਾ ਨਾ ਬੜਾ ਸੋਹਣਾ ਹੈ, ਅਤੇ ਉਹ ਰੋਂਦਾ ਫਿਰਦਾ, ਅਤੇ ਨਾਲੇ ਨਾ ਉਹ ਜਿਵੇਂ ਕੋਈ ਚੀਜ਼ ਗੁਆਚੀ ਹੁੰਦੀ ਹੈ ਉਹਦੀ। ਅਤੇ ਕਹਿੰਦੇ ਨੇ ਕਿ ਹੀਰ ਜਾਣ ਜਾਂਦੀ ਹੈ ਕਿ ਇਹ ਸ਼ਾਇਦ ਮੇਰਾ ਉਹੀ ਰਾਂਝਾ ਹੈ, ਕਿਉਂਕਿ ਸੱਚਾ ਪਿਆਰ ਸੀਗਾ ਉਹਨਾਂ ਦਾ, ਸੱਚਾ ਪਿਆਰ ਸੀਗਾ। ਅਤੇ ਹੀਰ ਨੂੰ ਵੀ ਲੱਗਦਾ ਕਿ ਇਹ ਸ਼ਾਇਦ ਮੇਰਾ ਉਹੀ ਰਾਂਝਾ ਹੈ। ਅਤੇ ਕਹਿੰਦੇ ਨੇ ਲੇਕਿਨ ਉਹ ਵਿਚਾਰੀ ਜਾ ਨਹੀਂ ਸਕਦੀ ਸੀ, ਉਦੋਂ ਮਰਿਆਦਾ ਸੀਗੀਆਂ, ਬਾਹਰ ਅੰਦਰ ਕੁੜੀਆਂ ਨਹੀਂ ਉਹਨਾਂ ਜਾ ਸਕਦੀਆਂ, ਧੀਆਂ ਭੈਣਾਂ ਨੂੰਹਾਂ, ਤੋਂ ਉਹ ਵਿਚਾਰੀ ਰਹਿੰਦੀ ਹੈ ਉੱਥੋਂ। ਇੱਕ ਦਿਨ ਕਰਦੇ ਕਰਾਉਂਦੇ ਰਾਂਝਾ ਜਿਹੜਾ ਉਸੇ ਘਰ ਹੀ ਭਿੱਖਿਆ ਮੰਗਣ ਆਉਂਦਾ, ਔਰ ਆ ਕੇ ਜਿਸ ਤਰ੍ਹਾਂ ਸਾਡੇ ਕਹਿੰਦੇ ਨੇ ਭਿੱਖਿਆ ਵੱਲੋਂ ਕਿ ਮੈਨੂੰ ਭਿੱਖਿਆ ਦਿਓ, ਅਤੇ ਕਹਿੰਦੇ ਨੇ ਕਿ ਉਹ ਹੀਰ ਆਉਂਦੀ ਹੈ ਅਤੇ ਉਹਨੇ ਮੂੰਹ ਢੱਕਿਆ ਦਾ ਹੁੰਦਾ, ਅਤੇ ਰਾਂਝਾ ਕਹਿੰਦਾ ਕਿ ਨਹੀਂ ਭਿੱਖਿਆ ਪਾਉਣੀ ਹੈ ਅਤੇ ਮੈਨੂੰ ਮੂੰਹ ਨੰਗਾ ਕਰ ਦਿਖਾ ਪਹਿਲਾਂ, ਅਤੇ ਫਿਰ ਭਿੱਖਿਆ ਸਵੀਕਾਰ ਕਰਨੀ ਹੈ, ਨਹੀਂ ਤਾਂ ਮੈਂ ਨਹੀਂ ਸਵੀਕਾਰ ਕਰਨੀ। ਅਤੇ ਉਹ ਫਿਰ ਉਹਨੂੰ ਅਸੀਸਾਂ ਦਿੰਦਾ ਕਿ ਤੇਰਾ ਭਲਾ ਹੋਵੇ, ਤੇਰਾ ਵਿਛੜਿਆ ਜਿਹੜਾ ਕੋਈ ਆ ਉਹ ਤੈਨੂੰ ਮਿਲੇਗਾ। ਤੀਜੀ ਕਵਿਤਾ ਸਾਡੀ ਇੱਥੋਂ ਬੇਟਾ ਸ਼ੁਰੂ ਹੁੰਦੀ ਹੈ, ਹੀਰ ਦੀ ਅਤੇ ਉਹ ਜੋਗੀ ਦੀ, ਰਾਂਝਾ ਜਿਹੜਾ ਜੋਗੀ ਬਣਿਆ ਦਾ। ਇਹਨਾਂ ਦੋਵਾਂ ਦੀ ਵਾਰਤਾਲਾਪ ਆਪੋ 'ਚ ਹੁੰਦੀ ਹੈ, ਇਹਨਾਂ ਦੋਵਾਂ ਦੀ ਗੱਲਬਾਤ ਹੈ। ਤੀਜੀ ਕਵਿਤਾ ਸਾਡੀ ਇੱਥੋਂ ਸ਼ੁਰੂ ਹੁੰਦੀ ਹੈ, ਕਰਾਂਗੇ ਆਪਾਂ ਬਾਅਦ 'ਚ, ਲੇਕਿਨ ਮੈਂ ਤੁਹਾਨੂੰ ਦੱਸਦਾ ਉਹ ਆਪੋ 'ਚ ਦੀ ਜਦੋਂ ਗੱਲਬਾਤ ਕਰਦੇ ਨੇ, ਅਤੇ ਕਹਿੰਦੇ ਨੇ ਕਿ ਵੈਸੇ ਥੋੜ੍ਹਾ ਜਿਹਾ ਹੀਰ ਨੂੰ ਵੀ ਪਤਾ ਲੱਗ ਜਾਂਦਾ ਕਿ ਸ਼ਾਇਦ ਮੇਰਾ ਰਾਂਝਾ, ਅਤੇ ਰਾਂਝੇ ਨੂੰ ਵੀ ਸ਼ਾਇਦ ਪਤਾ ਲੱਗ ਜਾਂਦਾ ਕਿ ਮੇਰੀ ਇਹ ਹੀਰ ਹੈ। ਇੱਥੋਂ ਜਿਹੜੀ ਹੈ ਸਟੋਰੀ ਤੁਹਾਡੀ ਕਵਿਤਾ ਵੀ ਖਤਮ ਹੁੰਦੀ ਹੈ, ਔਰ ਸਟੋਰੀ ਵੀ ਜਿਹੜੀ ਹੈ ਇੱਥੋਂ ਲਗਭਗ ਜਿਹੜੀ ਖਤਮ ਹੋ ਜਾਂਦੀ ਹੈ। ਠੀਕ ਹੈ, ਤੋ ਇਸ ਸਟੋਰੀ ਤੋਂ ਬਾਅਦ ਦੇਖੋ ਹੁਣ ਮੈਂ ਤੁਹਾਨੂੰ ਦੱਸਦਾ, ਇਹ ਉਹ ਦੱਸਿਆ ਦਾ, ਹਾਂ ਇਹ ਹੈ ਪਹਿਲੀ ਕਵਿਤਾ, ਇਹ ਹੈ ਮਾਪੇ ਕਾਜੀ ਨੂੰ ਸੱਦ ਲਿਆਉਂਦੇ ਨੇ। ਮਾਪੇ ਕੌਣ? ਮਾਤਾ ਪਿਤਾ ਕਿਹਦੇ? ਹੀਰ ਦੇ।
ਕਾਜੀ ਕੌਣ ਹੈ? ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਸਾਡੇ ਮੰਦਰਾਂ 'ਚ ਭਾਈ ਨੇ ਅਤੇ ਮੰਦਰਾਂ 'ਚ ਜਿਸ ਤਰ੍ਹਾਂ ਪੰਡਤ ਨੇ, ਗੁਰਦੁਆਰਿਆਂ 'ਚ ਭਾਈ ਨੇ, ਉਵੇਂ ਹੀ ਇਹ ਮਸੀਤਾਂ ਵਿੱਚ ਕਾਜੀ ਹੁੰਦੇ ਨੇ। ਉਹਨੂੰ ਸੱਦ ਕੇ ਲਿਆਉਂਦੇ ਨੇ ਕਿ ਆ ਤੇ ਸਾਡੀ ਧੀ ਨੂੰ ਸਮਝਾ। ਉਹਨਾਂ ਦਿਨਾਂ 'ਚ ਮਤਲਬ ਵੀ ਇਹ ਬੱਚਿਆਂ ਨੂੰ, ਕੁੜੀਆਂ ਨੂੰ ਮਾਂ ਪਿਓ ਬੜੀ ਸ਼ਰਮ ਹਿਆ ਰੱਖਦੇ ਰਹੇ ਸੀਗੇ, ਸਿੱਧਾ ਨਹੀਂ ਸੀ ਕਿਹਾ ਜਾਂਦਾ। ਮਾਂ ਪਿਓ ਦੀ ਇੰਨੀ ਹਿੰਮਤ ਨਹੀਂ ਸੀ ਕਿ ਆਪਣੀ ਧੀ ਦੇ ਅੱਗੇ ਉਹ ਗੱਲਬਾਤ ਕਰ ਸਕਣ। ਇਹ ਨਹੀਂ ਕਿ ਡਰਦੇ ਸੀ, ਸ਼ਰਮ ਦੇ ਮਾਰਿਆ। ਔਰ ਨਾ ਧੀਆਂ ਦਾ ਇੰਨਾ ਜ਼ਿਆਦਾ ਸੀਗਾ ਕਿ ਉਹ ਮਾਂ ਪਿਓ ਦੇ ਸਾਹਮਣੇ ਇਹੋ ਜਿਹੀ ਗੱਲਬਾਤ ਕਰ ਲੈਣ। ਉਹਨਾਂ ਨੇ ਕੀ ਕੀਤਾ, ਉਹ ਕਾਜੀ ਨੂੰ ਸੱਦ ਕੇ ਲਿਆਉਂਦੇ ਆ ਕਿ ਆ ਸਾਡੀ ਕੁੜੀ ਨੂੰ ਸਮਝਾ। ਪਹਿਲੀ ਕਵਿਤਾ ਜਿਹੜੀ ਹੈ ਇਹ ਹੈ ਮੇਰਾ ਪੁੱਤਰ। ਸੁਣੋ ਹੁਣ ਮੈਂ ਇਹਦੀ ਤੁਹਾਨੂੰ ਦੱਸਾਂਗਾ ਪ੍ਰਸੰਗ ਸਹਿਤ ਵਿਆਖਿਆ ਕਰਕੇ। ਕਹਿੰਦਾ ਹੀਰ ਵੱਤ ਕੇ ਬੇਲਿਓਂ ਘਰੇ ਆਈ ਮਾਂ ਬਾਪ ਕਾਜੀ ਸੱਦ ਲਿਆਉਂਦੇ ਨਹੀਂ। ਕਹਿੰਦੇ ਹੀਰ ਫਟਾਫਟ ਜਿਹੜੀ ਹੈ ਬੇਲਿਓਂ ਆਉਂਦੀ ਹੈ। ਬੇਲਿਓਂ ਕੀ, ਜਿੱਥੇ ਉਹ ਮੱਝਾਂ ਚਾਰਦਾ ਰਿਹਾ ਸੀਗਾ ਰਾਂਝਾ, ਉੱਥੋਂ ਆਉਂਦੀ ਹੈ ਅਤੇ ਉਹਨੂੰ ਸਮਝਾਉਂਦੇ ਨੇ। ਕੀ ਕਹਿੰਦੇ ਨੇ? ਅਤੇ ਉੱਧਰੋਂ ਮਾਂ ਪਿਓ ਨੇ ਕਾਜੀ ਨੂੰ ਸੱਦ ਕੇ ਲਿਆਂਦਾ। ਦੋਵੇਂ ਆਪ ਬੈਠੇ ਅਤੇ ਵਿੱਚ ਕਾਜੀ ਅਤੇ ਸਾਹਮਣੇ ਹੀਰ ਬਹਾਮਦੇ ਨੇ। ਦੋਵੇਂ ਆਪੇ ਬਹਿ ਗਏ, ਕੌਣ? ਮਾਂ ਪਿਓ, ਅਤੇ ਵਿੱਚ ਕਾਜੀ ਬਹਿ ਗਿਆ ਅਤੇ ਸਾਹਮਣੇ ਹੀਰ ਬਹਿ ਗਈ। ਤਿੰਨੇ ਜਾਣੇ ਉਹਨੂੰ ਸਮਝਾਉਂਦੇ ਨੇ ਹੀਰ ਨੂੰ। ਕੀ ਕਹਿੰਦੇ ਨੇ? ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਜ਼ੁਬਾਨ ਦੇ ਨਾਲ ਸਮਝਾਉਂਦੇ ਨਹੀਂ। ਕਾਜੀ ਕਹਿੰਦਾ ਹੇ ਬੇਟਾ ਪੁੱਤਰ ਸੁਣ, ਅਸੀਂ ਤੈਨੂੰ ਬੜੀ ਮਿੱਠੀ ਜ਼ੁਬਾਨ ਨਾਲ ਸਮਝਾਉਂਦੇ ਹਾਂ ਕਿ ਚਾਕ ਚੋਪਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਂਵਦੇ ਨਹੀਂ। ਪੁੱਤਰ ਚਾਕ ਚੋਪਰਾਂ ਦਾ ਮਤਲਬ ਹੁੰਦਾ ਜਿਹੜੇ ਜਵਾਨ ਨੌਕਰਾਂ ਨਾਲ ਪੁੱਤਰ ਗੱਲਬਾਤ ਨਹੀਂ ਕਰੀਦਾ, ਕਿਉਂਕਿ ਇਹ ਮਿਹਨਤ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੁੰਦੀ। ਕਿਹੜੇ ਥਾਂਵਦੇ ਨਹੀਂ, ਇਹਨਾਂ ਦੀ ਕੋਈ ਥਾਂ ਪੱਕੀ ਨਹੀਂ ਹੁੰਦੀ। ਚਰਖਾ ਡਾਹ ਕੇ ਆਪਣੇ ਘਰੇ ਬਈਏ, ਸੁਗੜ ਗਾਓ ਕੇ ਜੀ ਪਰਚਾਉਂਦੇ ਨਹੀਂ। ਕਹਿੰਦੇ ਆਪਣੇ ਘਰ ਬਹਿ ਕੇ ਤੂੰ ਚਰਖਾ ਡਾਹ ਕੇ ਕੱਤਿਆ ਕਰ, ਅਤੇ ਸੁਗੜ ਗਾਓ ਕੇ ਮਤਲਬ ਸੁਗੜ ਗਾਓ ਕੇ ਜੀ ਪਰਚਾਉਂਦੇ। ਜਿਹੜੇ ਸਿਆਣੇ ਬੱਚੇ ਨੇ, ਸੁਗੜ ਮਤਲਬ ਸਿਆਣੇ, ਆਪਣਾ ਗੀਤ ਗਾ ਕੇ ਆਪਣੇ ਘਰ 'ਚ ਅਤੇ ਆਪਣਾ ਮਨ ਪਰਚਾਉਂਦੇ ਨੇ। ਲਾਲ ਡਾਹ ਕੇ ਚਰਖੜਾ ਚੋਪ ਪਾਈਏ, ਕਿਹੇ ਸੋਹਣੇ ਗੀਤ ਚਨਾਬਦੇ ਨਹੀਂ। ਔਰ ਚਰਖਾ ਡਾਹ ਕੇ ਅਤੇ ਆਰਾਮ ਨਾਲ ਪੂਣੀਆਂ ਕੱਤਿਆ ਕਰ। ਸਾਡੇ ਤਾਂ ਕਿੰਨੇ ਕਿੰਨੇ ਸੋਹਣੇ ਚਨਾਬ ਦੇ ਗੀਤ ਨੇ। ਚਨਾਬ ਮਤਲਬ ਚਨਾਬ ਸਾਡਾ ਦਰਿਆ ਆ, ਉਹਦੇ ਕਰਕੇ ਕਹਿੰਦੇ ਕਿ ਪੰਜਾਬ ਦੇ ਗੀਤ ਕਿੱਡੇ ਪਿਆਰੇ ਨੇ, ਅਤੇ ਤੂੰ ਬੈਠ ਕੇ ਘਰ ਗਾਇਆ ਕਰ। ਦੇਖੋ ਇਹ ਸਮਝਾ ਰਿਹਾ ਕਾਜੀ, ਲਾਗੇ ਮਾਂ ਪਿਓ ਵੀ ਬੈਠੇ ਦੇ ਨੇ। ਨੀਵੀਂ ਨਜ਼ਰ ਹਾਓ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫਰਮਾਉਂਦੇ ਨਹੀਂ। ਪੁੱਤਰ ਜਿਹੜੀਆਂ ਕੁੜੀਆਂ ਨੇ ਉਹ ਹਮੇਸ਼ਾ ਨਜ਼ਰ ਨੀਵੀਂ ਰੱਖਦੀਆਂ ਨੇ, ਔਰ ਤੈਨੂੰ ਦੇਖ ਅਸੀਂ ਇਹ ਸਿਆਣੇ ਜਿਹੜੇ ਆ ਸਮਝਾਉਂਦੇ ਆ। ਚੂਚਕ ਸਿਆਲ ਹੋਰੀ ਜਾਣਨੀ ਏ, ਸਰਦਾਰ ਨੇ 5 ਗਰਾਉਂਦੇ ਨਹੀਂ। ਚੂਚਕ ਕੌਣ ਸੀ? ਹੀਰ ਦਾ ਪਿਓ ਚੂਚਕ। ਕਹਿੰਦਾ ਪੁੱਤਰ ਚੂਚਕ ਜਿਹੜਾ ਤੇਰਾ ਪਿਤਾ ਹੈ, ਇਹਦੀ ਲਾਗੇ ਲਾਗੇ 5 ਪਿੰਡਾਂ 'ਚ ਇੰਨੀ ਚੌਧਰ ਹੈ, ਇੰਨਾ ਅਮੀਰ ਬੰਦਾ ਹੈ, ਅਤੇ ਤੂੰ ਕਿਹੜਾ ਕੰਮ ਕਰਨ ਦੀ ਹੈ? ਸ਼ਰਮ ਮਾਪਿਆਂ ਦੀ ਵੱਲ ਧਿਆਨ ਧਰੀਏ, ਸ਼ਾਨਦਾਰ ਇਹ ਜੱਟ ਚਨਾਬਦੇ ਨਹੀਂ। ਦੇਖ ਪੁੱਤਰ ਆਪਣੇ ਸ਼ਰਮ ਥੋੜ੍ਹੀ ਮਾਪਿਆਂ ਦੀ ਰੱਖ, ਮਾਪਿਆਂ ਦੀ ਇੱਜ਼ਤ ਰੱਖ। ਔਰ ਜਿਹੜੇ ਇਹ ਤੇਰੇ ਮਾਂ ਪਿਓ ਨੇ, ਇਹ ਇੱਧਰ ਦੇ ਏਰੀਏ ਦੇ, ਇਸ ਚਨਾਬ ਏਰੀਏ ਦੇ ਜੱਟ ਕਹਿੰਦੇ ਕੋ ਹੁੰਦੇ ਨੇ, ਇਸ ਕਰਕੇ ਤੂੰ ਇਹ ਕੰਮ ਨਾ ਕਰ। ਉਹਨੂੰ ਸਮਝਾ ਰਹੇ ਨਾ। ਬਾਹਰ ਫਿਰਨ ਨਾ ਸੌਂਦਾ ਜੱਟੀਆਂ ਨੂੰ, ਅੱਜ ਕੱਲ੍ਹ ਲਾਗੀ ਘਰ ਆਉਂਦੇ ਨੇ। ਪੁੱਤਰ ਤੇਰੇ ਤੇ ਲਾਗੀ ਜਿਹੜੇ ਮਤਲਬ ਤੇਰੇ ਵਿਆਹ ਦਾ ਜਿਹੜਾ ਅਸੀਂ ਮਤਲਬ ਤੇਰਾ ਜਿੱਥੇ ਰਿਸ਼ਤਾ ਕੀਤਾ ਦਾ, ਉਹਦੇ ਲਾਗੀ ਅੱਜ ਕੱਲ੍ਹ 'ਚ ਹੀ ਬਾਹਰ ਜਿਹੜੇ ਆ ਉਹ ਘਰ ਆਉਣੇ ਆ ਕਿਸੇ ਦਿਨ, ਅਤੇ ਇਸ ਕਰਕੇ ਤੈਨੂੰ ਬਾਹਰ ਫਿਰਨਾ ਜਿਹੜਾ ਉਹ ਨਹੀਂ ਚੰਗਾ ਲੱਗਦਾ। ਸੌਂਦਾ ਜੱਟੀਆਂ ਨੂੰ ਮਤਲਬ ਬਾਹਰ ਕੁੜੀਆਂ ਨੂੰ ਫਿਰਨਾ ਨਹੀਂ ਚੰਗਾ ਲੱਗਦਾ। ਕਿਉਂ? ਕਿਉਂਕਿ ਤੇਰੇ ਲਾਗੀ ਅੱਜ ਕੱਲ੍ਹ 'ਚ ਘਰ ਜਿਹੜੇ ਆ ਆਉਣ ਵਾਲੇ ਆ। ਇੱਥੇ ਵਿਆਹ ਦੇ ਵੱਡੇ ਸਮਾਨ ਹੁੰਦੇ, ਉੱਥੇ ਖੇੜੇ ਬਣਾਉਂਦੇ ਨਹੀਂ। ਕਹਿੰਦੇ ਵੀ ਇੱਥੇ ਵੀ ਤੇਰੇ ਵਿਆਹ ਦੀਆਂ ਤਿਆਰੀਆਂ ਚਲਦੀਆਂ ਪਈਆਂ ਨੇ। ਔਰ ਜਿਹੜਾ ਤੇਰਾ ਖੇੜਾ ਸ਼ਹਿਰ ਦਾ ਪਿੰਡ ਦਾ ਨਾਂ ਸੀ ਜਿੱਥੇ ਕਿ ਹੀਰ ਵਿਆਹੀ ਗਈ ਸੀ। ਰੰਗਪੁਰ ਖੇੜੇ ਉਹਦਾ ਜਿਹੜਾ ਸੀ ਪਿੰਡ ਸੀਗਾ। ਕਹਿੰਦਾ ਇੱਥੇ ਵੀ ਤਿਆਰੀਆਂ ਤੇਰੇ ਵਿਆਹ ਦੀਆਂ ਚਲਦੀਆਂ ਪਈਆਂ ਨੇ, ਅਤੇ ਉੱਥੇ ਖੇੜੇ ਪਿੰਡ 'ਚ ਵੀ ਤੇਰੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਬੜੀਆਂ ਸਮਾਨ ਉਹ ਬੜਾ ਇਕੱਠਾ ਕਰਦੇ ਨੇ ਤੇਰੇ ਵਿਆਹ ਵਾਸਤੇ। ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਜੋੜ ਕੇ ਜੰਝ ਲਿਆਉਂਦੇ ਨਹੀਂ। ਪੁੱਤਰ ਥੋੜ੍ਹੇ ਦਿਨਾਂ ਬਾਅਦ ਜਿਹੜੀ ਹੈ ਤੇਰੇ ਮਤਲਬ ਵੀ ਘਰ ਡੋਲੀ ਜਿਹੜੀ ਹੈ ਤੇਰੇ ਵਿਆਹ ਦੀ ਇੱਥੋਂ ਜਾਣੀ ਹੈ, ਔਰ ਉਹਨਾਂ ਨੇ ਜੰਝ ਲੈ ਕੇ ਆਉਣੀ ਹੈ। ਠੀਕ ਹੈ, ਇਸ ਕਰਕੇ ਤੂੰ ਮੇਰਾ ਪੁੱਤਰ ਨਾ ਬਾਹਰ ਜਿਹੜਾ ਵਾ ਬਾਹਰ ਨਾ ਪਿਆਰ ਪਾ, ਨਾ ਬਾਹਰ ਜਿਹੜਾ ਧਿਆਨ ਧਰ। ਠੀਕ ਹੈ, ਇਹ ਬੇਟਾ ਜਿਹੜੀ ਸੀ ਤੁਹਾਡੀ ਅੱਜ ਇੱਕ ਕਵਿਤਾ। ਦੇਖੋ ਇਹ ਲਾਗੇ ਲਾਗੇ ਨਾ ਇਹਦੇ ਸ਼ਬਦ ਅਰਥ ਵੀ ਦੱਸੇ ਦੇ ਇਹਨਾਂ ਨੇ। ਇਹ ਪਰਲੀ ਸਾਈਡ 'ਤੇ ਲਕੀਰ ਦੀ ਪਰਲੀ ਸਾਈਡ 'ਤੇ ਨਾ ਦੇਖੋ, ਜੇ ਨਾ ਪਤਾ ਲੱਗੇ ਤਾਂ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ।
ਪ੍ਰਸ਼ਨ ਉੱਤਰ ਜਿਹੜੇ ਆ ਬੇਟਾ ਮੈਂ ਇਹਦੇ ਤੁਹਾਨੂੰ ਬਾਅਦ ਚ ਕਰਾਵਾਂਗਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਦਾ ਪਿਆ ਨਾ ਕਿ ਇਹਦੀਆਂ ਹੋਰ ਵੀ ਕਵਿਤਾਵਾਂ ਨੇ, ਲੇਕਿਨ ਇਹਨੂੰ ਅੱਜ ਨਾ ਅਸੀਂ ਕੀ ਕਰਦੇ ਨੇ, ਇਹਨੂੰ 2 ਪਾਰਟ 'ਚ ਮੈਂ ਜਿਹੜੀ ਹੈ ਤੁਹਾਨੂੰ ਇਹ ਦੱਸਦਾ। ਦੇਖੋ ਇਹ ਕਹਿ ਆ, ਅਸੀਂ ਚੇਲੜੇ ਤੇ ਤੁਸੀਂ ਪੀਰ ਮੀਆਂ, ਇਹ ਜਦੋਂ ਉਹਦੇ ਕੋਲ ਜਾਂਦਾ, ਠੀਕ ਹੈ, ਜਿਹੜੀ ਮੈਂ ਤੁਹਾਨੂੰ ਸਟੋਰੀ 'ਚ ਦੱਸਿਆ ਬੇਟਾ। ਔਰ ਤੀਸਰੀ ਕਵਿਤਾ ਹੈ ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਇਹ ਜਦੋਂ ਦੋਵੇਂ ਹੀਰ ਤੇ ਰਾਂਝਾ ਆਪੋ ਚੋਂ ਦੀ ਜਿਹੜਾ ਮਿਲਦੇ ਆ, ਜਦੋਂ ਰਾਂਝਾ ਜੋਗੀ ਬਣ ਕੇ ਉਹਦੇ ਕੋਲ ਜਾਂਦਾ ਹੈ, ਠੀਕ ਹੈ। ਤੋ ਇਹ ਬੇਟਾ ਅੱਜ ਤੁਸੀਂ ਇੰਨਾ ਸਮਝ ਲਿਆ। ਪਾਰਟ 2 ਜਿਹੜਾ ਮੈਂ ਉਹ ਥੋੜ੍ਹੇ ਦਿਨਾਂ ਬਾਅਦ ਬਣਾ ਦਾਂਗਾ, ਕਿਉਂਕਿ ਇਹ 15 ਮਿੰਟ ਦੀ ਦੇਖੋ ਹੋ ਗਈ ਹੈ ਨਾ, ਤਾਂ ਇੰਨੀ ਕੀ ਮਾਸਾਂ ਜਿਹੜੀ ਹੈ ਬੱਚਿਆਂ ਕੋਲੋਂ ਦੇਖੀ ਜਾਂਦੀ ਹੈ, ਠੀਕ ਹੈ। ਇਹਦੇ ਪ੍ਰਸ਼ਨ ਉੱਤਰ ਜਿਹੜੇ ਮੈਂ ਤੁਹਾਨੂੰ ਭੇਜ ਦੇਵਾਂਗਾ ਔਰ ਗਰੁੱਪ ਵਿੱਚ ਜਿਹੜਾ ਤੁਹਾਨੂੰ ਮੈਂ ਪਾ ਦੇਵਾਂਗਾ ਬੇਟਾ, ਠੀਕ ਹੈ। ਅੱਜ ਵਾਲੀ ਮੇਰਾ ਪੁੱਤਰ ਸਟੋਰੀ ਤੁਸੀਂ ਸਮਝ ਗਏ ਹੈ, ਫਿਰ ਯਾਦ ਰੱਖਣਾ, ਠੀਕ ਹੈ। ਕੰਮ ਜਿਹੜਾ ਮੈਂ ਤੁਹਾਨੂੰ ਬਾਅਦ 'ਚ ਭੇਜ ਦਾਂਗਾ। ਓਕੇ ਬੇਟਾ, ਖੁਸ਼ ਰਹੋ, ਪੜ੍ਹਾਈ ਕਰਦੇ ਰਹੋ, ਘਰ ਰਹੋ ਔਰ ਮਾਤਾ ਪਿਤਾ ਦਾ ਕਹਿਣਾ ਮੰਨਦੇ ਰਹੋ ਬੇਟਾ। ਥੈਂਕ ਯੂ।